ਜਾਂਚ ਮੰਗੇ ਦਾਨ ਦੇ ਪਿਆਰਿਆ, ਜਾਂਚ ਮੰਗੇ ਦਾਨ ਦੇ ਪਿਆਰਿਆ, 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 ਜਾਂਚ ਤੂੰ ਮੰਗੇ ਦਾਨ ਦੇ ਪਿਆਰਿਆ, ਦੇਵਣ ਹਾਰ ਤਪਾਰ, ਮੈਂ ਨਿਤ ਚਿਤਾਰਿਆ, ਨਿਖੁੱਟ ਨ ਜਾਈ ਮੂਲ, ਨਿਖੁੱਟ ਨ ਜਾਈ ਮੂਲ, ਅਤੁੱਲ ਭੰਡਾਰਿਆ, ਅਤੁੱਲ ਭੰਡਾਰਿਆ, ਨਾਨਕ ਸ਼ਬਦ ਅਪਾਰ, ਸਭ ਕਿਛ ਸਾਰਿਆ, ਤਿਨ ਸਭ ਕਿਛ ਸਾਰਿਆ, ਜਾਂਚ ਮੰਗੇ ਦਾਨ ਦੇ ਪਿਆਰਿਆ, ਜਾਂਚ ਮੰਗੇ ਦਾਨ ਦੇ ਪਿਆਰਿਆ, ਦੇ ਪਿਆਰਿਆ, ਦੇ ਪਿਆਰਿਆ, ਦੇ ਪਿਆਰਿਆ, ਜਾਂਚ ਮੰਗੇ ਦਾਨ ਦੇ ਪਿਆਰਿਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੁਗੋ ਜੁਗ ਟਲ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੇ ਪਿਆਰ ਵਿੱਚ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਤੁਸੀਂ ਸੰਗਤ ਗੁਰੂ ਸਾਹਿਬ ਸਿਰ ਤੇ ਹੱਥ ਰੱਖ ਕੇ ਇਹ ਪ੍ਰਕਰਣ ਦੀ ਸੇਵਾ ਲੈ ਰਹੇ ਹੋ। ਹਰ ਸਿੱਖ ਵਾਸਤੇ ਅਰਦਾਸ ਵਿੱਚ 9 ਦਾਨ ਮੰਗੇ ਜਾਂਦੇ ਨੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਊ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ। ਅੱਜ 9ਵੇਂ ਦਾਨ ਦੀ ਵਾਰੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ।
ਇਹ ਜਿਹੜਾ ਨੌਵਾਂ ਦਾਨ ਹੈ, ਇਹ ਜਦੋਂ ਆਪਾਂ ਹੁਣ ਹਾਜ਼ਰੀ ਲਾ ਰਹੇ ਹਾਂ, ਇੱਕ ਤੇ ਭਾਗਾਂ ਨੂੰ ਸਲਾਹੋ, ਅਰਦਾਸ ਵਿੱਚ ਕਿਸੇ ਸ਼ਹਿਰ ਦਾ ਨਾਂ ਨਹੀਂ ਆਉਂਦਾ, ਇੱਕ ਅੰਮ੍ਰਿਤਸਰ ਸਾਹਿਬ ਦਾ। ਗੱਜ ਕੇ ਆਖੋ ਸਤਿਨਾਮ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਹੋਰ ਕਿਸੇ ਸ਼ਹਿਰ ਦਾ ਨਾਂ ਅਰਦਾਸ ਵਿੱਚ ਨਹੀਂ। ਔਰ ਇਹ ਆਪਾਂ ਵੱਡੇ ਭਾਗਾਂ ਵਾਲੇ ਇਸ ਨਗਰੀ ਵਿੱਚ ਮਹਾਰਾਜ ਨੇ ਵਾਸਾ ਦਿੱਤਾ ਹੈ। ਇਹ ਜਿਹੜਾ ਨੌਵਾਂ ਦਾਨ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਕੁਝ ਰਾਈਟਰਾਂ ਨੇ ਲਿਖਿਆ ਇਹ 12 ਪਿੰਡਾਂ ਦੀ ਜਗ੍ਹਾ ਅਕਬਰ ਨੇ ਦਿੱਤੀ। ਕੁਝ ਰਾਈਟਰਾਂ ਨੇ ਲਿਖਿਆ ਕਿ ਜ਼ਿਮੀਂਦਾਰਾਂ ਨੇ ਦਿੱਤੀ, ਤੇ ਕੁਝ ਰਾਈਟਰਾਂ ਨੇ ਲਿਖਿਆ ਕਿ 700 ਅਕਬਰੀ ਰੁਪਈਏ, ਕੋਈ ਅਕਬਰੀ ਰੁਪਈਏ ਹੋਣਗੇ ਉਦੋਂ, ਉਹ ਦੇ ਕੇ ਗੁਰੂ ਅਮਰਦਾਸ ਜੀ ਨੇ ਇਹ ਜਗ੍ਹਾ ਮੁੱਲ ਲਈ ਅਕਬਰ ਕੋਲ। ਇਹ ਜਗ੍ਹਾ ਲੈ ਕੇ ਬੀਬੀ ਭਾਨੀ ਜੀ ਭਾਈ ਜੇਠਾ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਅਮਰਦਾਸ ਜੀ ਨੇ ਆਖਿਆ ਪਰਿਵਾਰ ਸਮੇਤ ਉੱਥੇ ਰਵੋ, ਤੁਹਾਡੀ ਡਿਊਟੀ ਹੈ ਅਸਥਾਨ ਪ੍ਰਗਟ ਕਰਨ ਦੀ। ਇੱਥੇ ਤੁਹਾਡੀ ਸੇਵਾ ਤੋਂ ਖੁਸ਼ ਹੋ ਕੇ ਇਹ ਅਸੀਂ ਤੁਹਾਡੀ ਝੋਲੀ ਪਾਉਂਦੇ। ਜਦੋਂ ਗੁਰੂ ਅਮਰਦਾਸ ਜੀ ਦਾ ਹੁਕਮ ਮੰਨ ਕੇ ਲਿਖਿਆ, ਮੋਹਨ ਜੀ ਤੇ ਮੋਹਰੀ ਜੀ ਨਾਲ ਗੁਰੂ ਰਾਮਦਾਸ ਜੀ ਸਾਰੀ ਸਲਾਹ ਕਰਕੇ ਇੱਥੇ ਇਸ ਸ਼ਹਿਰ ਦੀ ਜਦੋਂ ਮੋਹਰੀ ਗੱਡੀ, ਤੇ ਉਦੋਂ ਇਹਦਾ ਨਾਂ ਰੱਖਿਆ ਗੁਰੂ ਕਾ ਚੱਕ। ਇਹ ਸੰਗਤ ਨੂੰ ਪਤਾ ਵੀ ਹੈ, ਫਿਰ ਵੀ ਕਈ ਨਵੇਂ ਆਏ ਹੁੰਦੇ। ਇਹ ਅੰਮ੍ਰਿਤਸਰ ਦੇ 5 ਨਾਂ ਨੇ। ਜਦੋਂ ਮੋਹਰੀ ਗੱਡੀ ਇਹ ਸੂਰਜ ਪ੍ਰਕਾਸ਼ ਵਿੱਚ ਜ਼ਿਕਰ ਵੀ ਹੈ, ਗ੍ਰਾਮ ਬਸਾਵੋ ਪਿੱਖ ਕਰ ਆਨ। ਗੁਰੂ ਅਮਰਦਾਸ ਜੀ ਕਹਿੰਦੇ ਜਾਓ ਉੱਥੇ ਸ਼ਹਿਰ ਵਸਾਓ, ਅਸਥਾਨ ਪ੍ਰਗਟ ਕਰੋ। ਇਹ ਜਦੋਂ ਮੋਹਰੀ ਗੱਡੀ, ਤੇ ਉਦੋਂ ਨਾਂ ਰੱਖਿਆ ਗੁਰੂ ਕਾ ਚੱਕ। ਉਸ ਤੋਂ ਬਾਅਦ ਅੰਮ੍ਰਿਤਸਰ ਦਾ ਦੂਜਾ ਨਾਂ ਚੱਕ ਰਾਮਦਾਸਪੁਰ, ਤੀਜਾ ਨਾਂ ਅੰਮ੍ਰਿਤਸਰ ਦਾ ਰਾਮਦਾਸਪੁਰ, ਚੌਥਾ ਨਾਂ ਅੰਮ੍ਰਿਤਸਰ ਦਾ ਸੁਧਾਸਰ, ਤੇ ਪੰਜਵਾਂ ਨਾਂ ਜਿਹੜਾ ਅੱਜ ਕੱਲ੍ਹ ਤੁਸੀਂ ਲੈਂਦੇ ਹੋ ਸ਼੍ਰੀ ਅੰਮ੍ਰਿਤਸਰ ਸਾਹਿਬ। ਆਖੋ ਸਤਿਨਾਮ। ਇਹ ਮਹਾਰਾਜ ਜੀ ਨੇ ਸ਼ਹਿਰ ਦੀ ਮੋਹਰੀ ਗੱਡੀ। ਔਰ ਆ ਇੱਕ ਪੰਕਤੀ ਪੜ੍ਹ ਲਓ, 1 ਮਿੰਟ ਜਰਾ। ਅੰਮ੍ਰਿਤਸਰ ਵਿੱਚ ਜੋ ਜਗਾਵੇ, ਅੰਮ੍ਰਿਤਸਰ ਵਿੱਚ ਜੋ ਜਗਾਵੇ। ਬੋਲੋ ਭੈਣੋ। ਵਾਹ ਵਾਹ। ਹਾਂਜੀ ਅੰਮ੍ਰਿਤਸਰ ਵਿੱਚ ਜੋ ਜਗਾਵੇ, ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਗੱਜ ਕੇ ਭੈਣੋ। ਜੋਤ
ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾ। ਹੁਣ ਧਿਆਨ ਦੇਣਾ ਹੈ, ਤੁਸੀਂ ਵੀ ਦਾਸ ਵੀ ਕੋਈ ਵੀ ਜਦੋਂ ਡੂੰਘੀ ਵਿਚਾਰ ਕਰੇਗਾ ਤੇ ਅੰਮ੍ਰਿਤਸਰ ਦੀ ਵਡਿਆਈ ਇੰਨੀ ਕਿਉਂ ਹੈ। ਅੰਮ੍ਰਿਤਸਰ ਦੀ ਵਡਿਆਈ ਸਾਰੀ ਸਾਧ ਸੰਗਤ ਹਰਿਮੰਦਰ ਸਾਹਿਬ ਦਾ ਸਦਕਾ। ਆਖੋ ਸਤਿਨਾਮ। ਇਹਦਾ ਨਾਂ ਕਿਉਂ? ਅੱਜ ਜਦੋਂ ਕੌਲਸਰ ਸਾਹਿਬ ਦੀ ਸਾਨੂੰ ਸੇਵਾ ਮਿਲੀ ਸੀ ਤੇ ਅਸੀਂ ਮੁਕਰਾਣੇ ਪੱਥਰ ਲੈਣ ਗਏ ਸਾਂ। ਪੱਥਰ ਨਾਲ ਸ਼੍ਰੋਮਣੀ ਕਮੇਟੀ ਦੀ ਗੱਡੀ ਗਈ ਸੀ। ਉਹ ਮੁਕਰਾਣਾ ਸ਼ਹਿਰ ਜਿੱਥੋਂ ਪੱਥਰ ਨਿਕਲਦਾ ਜ਼ਮੀਨਾਂ ਚੋਂ, ਉਹ ਗੱਡੀ ਨੂੰ ਮੱਥਾ ਟੇਕੀ ਜਾਣ। ਗੱਡੀ ਨੂੰ, ਉਹ ਭਾਈ ਗੱਡੀ ਨੂੰ ਕਿਉਂ ਟੇਕਦੇ ਹੋ? ਕਹਿੰਦੇ ਗੁਰੂ ਰਾਮਦਾਸ ਦੀ ਨਗਰੀ ਤੋਂ ਆਈ। ਐਡਾ ਮਤਲਬ ਪਤਾ ਨਹੀਂ ਬਾਬੇ ਦੀਆਂ ਕਿੰਨੀਆਂ ਕਮਾਈਆਂ ਗੁਰੂ ਰਾਮਦਾਸ ਜੀ ਦੀਆਂ। ਉਹਨਾਂ ਦੀ ਨਗਰੀ ਦੇ ਗੱਡੀਆਂ ਨੂੰ, ਬੰਦਿਆਂ ਨੂੰ ਵੀ ਬਾਹਰ ਸਤਿਕਾਰ ਮਿਲ ਜਾਂਦਾ, ਗੁਰੂ ਦੀ ਨਗਰੀ ਤੋਂ ਆਏ। ਕਿੱਡੀ ਵੱਡੀ ਬਾਤ ਹੈ। ਤੋ ਅੱਜ ਤੁਸੀਂ ਸਿਰ ਤੇ ਹੱਥ ਰੱਖਣਾ, ਇਹ ਹਰਿਮੰਦਰ ਸਾਹਿਬ ਕਰਕੇ ਵਡਿਆਈ ਹੈ ਅੰਮ੍ਰਿਤਸਰ ਦੀ। ਤੇ ਦਾਸ ਦਾ ਚਿੱਤ ਅੱਜ 18 ਵਡਿਆਈਆਂ ਤੁਹਾਡੇ ਨਾਲ ਮੇਰਾ ਗੁਰੂ ਸਾਂਝੀਆਂ ਕਰਾਵੇ। 18 ਵਡਿਆਈਆਂ ਸੁਣਨ ਤੋਂ ਬਾਅਦ ਤੁਹਾਡੀ ਬੈਟਰੀ ਇੰਨੀ ਚਾਰਜ ਹੋ ਜਾਵੇ ਕਿ ਗੁਰੂ ਰਾਮਦਾਸ ਦੇ ਦਰ ਨਾਲ ਸਦਾ ਸਦਾ ਲਈ ਜੁੜ ਜਾਓ। ਜੁੜ ਜਾਓ। ਬਸ ਇਹ ਅਲੱਗ-ਅਲੱਗ ਮਹਾਂਪੁਰਸ਼ ਵਿਦਵਾਨ ਗੁਰਮੁਖ ਰੂਹਾਂ ਦੇ ਬਚਨ ਨੇ। ਹਰਿਮੰਦਰ ਸਾਹਿਬ ਕਰਕੇ ਅੰਮ੍ਰਿਤਸਰ ਦੀ ਵਡਿਆਈ ਤੇ ਧਿਆਨ ਦੇਣਾ। ਇੱਕ ਗਿਆਨੀ ਸਰੂਪ ਸਿੰਘ ਅਲੱਗ ਹੋਏ ਨੇ, ਉਹਨਾਂ ਨੇ ਹਰਿਮੰਦਰ ਸਾਹਿਬ ਤੇ ਕਿਤਾਬਾਂ ਵੀ ਲਿਖੀਆਂ। ਉਹਨਾਂ ਦੇ ਮਨ ਦੀ ਵੀ ਇੱਕੋ ਰੀਝ ਹੈ ਕਿ ਲੋਕ ਸੱਚੇ ਗੁਰੂ ਨਾਲ, ਕੇਂਦਰ ਨਾਲ ਜੁੜਨ। ਇਹ ਤੁਹਾਡੀ ਵੀ ਮੇਰੀ ਵੀ ਬੈਟਰੀ ਚਾਰਜ ਹੋ ਜੇ। ਗਿਆਨੀ ਸਰੂਪ ਸਿੰਘ ਲੱਗ ਜੀ ਦਾ ਬਚਨ ਹੈ, ਜਿਹੜਾ ਪਹਿਲਾ ਬੋਲਣ ਲੱਗਾ ਦੂਜਾ ਕਿਸੇ ਹੋਰ ਦਾ ਹੋਏਗਾ, ਤੀਜਾ ਕਿਸੇ ਹੋਰ ਦਾ। ਇਹ ਉਹਨਾਂ ਦਾ ਬਚਨ ਹੈ ਕਿਤਾਬਾਂ ਵਿੱਚ। ਕਹਿੰਦੇ ਇਹ ਸ਼੍ਰੀ ਹਰਿਮੰਦਰ ਸਾਹਿਬ, ਲਫ਼ਜ਼ ਸੁਣਿਓ, ਉਹ ਲਿਖਦੇ ਆ, ਕਹਿੰਦੇ ਸ਼੍ਰੀ ਹਰਿਮੰਦਰ ਸਾਹਿਬ ਉਹ ਸੁਭਾਗੀ ਧਰਤੀ ਹੈ, ਉਹ ਸੁਭਾਗੀ ਧਰਤੀ ਹੈ ਜਿੱਥੇ 10 ਗੁਰੂ ਸਾਹਿਬਾਂ ਵਿੱਚੋਂ 8 ਗੁਰੂ ਸਾਹਿਬਾਂ ਦੇ ਚਰਨ ਪਏ। ਆਖੋ ਸਤਿਨਾਮ। ਤੇ ਉਹ ਲਿਖਦੇ ਆ ਵੀ ਮੌਜੂਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਪਹਿਲਾ ਪ੍ਰਕਾਸ਼ ਇੱਥੇ ਹੀ ਹੋਇਆ ਹੈ। ਪ੍ਰਕਾਸ਼ ਪਹਿਲਾ 10 ਗੁਰੂ ਸਾਹਿਬਾਨ ਵਿੱਚੋਂ 8 ਗੁਰੂ ਸਾਹਿਬਾਂ ਦੇ ਚਰਨ ਹਰਿਮੰਦਰ ਸਾਹਿਬ ਪਏ। ਹੁਣ ਧਿਆਨ ਦੇਣਾ, ਅੱਜ ਬਾਬਾ ਜੀ ਦੇ ਰਸ ਲੈਣਾ। 1502 ਈਸਵੀ ਨੂੰ ਲਿਖਿਆ ਕਿ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਦੇ ਨਾਲ ਇੱਥੇ ਆਏ ਨੇ ਜੀ, ਦਰਬਾਰ ਸਾਹਿਬ ਵਾਲੀ ਜਗ੍ਹਾ। ਅਜੇ ਸਰੋਵਰ ਨਹੀਂ ਬਣਿਆ, ਅਜੇ ਪ੍ਰਗਟ ਨਹੀਂ ਹੋਇਆ। ਇੱਥੇ ਆਏ ਨੇ 1502 ਈਸਵੀ। ਤੇ ਜਦੋਂ ਆਏ ਤੇ ਗੁਰੂ ਨਾਨਕ ਜੀ ਦੇ ਮੁਖ ਚੋਂ ਜਿਹੜਾ ਬਚਨ ਨਿਕਲਿਆ ਹੈ, ਬਹੁਤ ਪਿਆਰ ਵਾਲਾ ਉਹ ਬਚਨ ਲਿਖਿਆ ਕਿਤਾਬਾਂ 'ਚ। ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ, ਮਰਦਾਨਿਆਂ ਬੜਾ ਪਾਕ ਤੇ ਪਵਿੱਤਰ ਸਥਾਨ ਹੈ। ਇਹ ਬੜਾ ਪਾਕ ਤੇ ਪਵਿੱਤਰ ਸਥਾਨ ਹੈ। ਤੇ ਲਿਖਿਆ ਜੀ, ਇਹ ਗੁਮਟਾਲਾ, ਤੁੰਗਾ,
आ गुरुवाली नाम पहला गिलवाली, ये उस समय इत्थों एक भाई तारा होया जिहड़ा देसी घ्यो दी प्रशाद बना के लिया जदों मरदाना जी ते गुरु नानक साहब आए। देसी घ्यो का कड़ा प्रशाद बना के लिया, जदों लिया बड़ी शरधा नाल छकाया भाई तारा इन्हां पिंडां चों कोई। कहंदे जदों मरदाने ने छकिया ना वो प्रशाद, ते मरदाना जी दे मुख चों निकलिया, बाबा बड़ा अमृत भोजन है। कड़ा प्रशाद नूं मरदाने ने कहा बड़ा अमृत भोजन है। अगों गुरु नानक साहब ने बचन किया, मरदानिया ये अमृत भोजन इस स्थान ते अठे पैर वरतदा ही रहे। आखो सतनाम। ये अमृत भोजन इस स्थान ते सदा लई वरतदा ही रहे। ते दूजा बचन लिखिया गुरु नानक साहब कहंदे, मरदानिया ये स्थान ये जगह एडी वड्डी है, पाक पवित्र है। हुण लफज सुनियो गुरु नानक साहब दे जदों चरण पए 1502 च। हुण सानूं कईयां नूं पता ही नहीं भी गुरु नानक साहब इत्थे आए होए प्रगट होण तो पहले। गुरु नानक साहब ने भाई मरदाना जी नूं बचन कीता अगला, कहंदे मरदानिया ये ओ स्थान है जिथे भोग ते मोख दा प्रवाह चले। भोग ते मोख ध्यान नाल सुणिओ, इत्थे भोग ते मोख दा प्रवाह चलेगा। भोग दा की मतलब? हर वेले लंगर भी मिलेगा, ते मोख मुक्ति वास्ते कीर्तन गज के आखो सतनाम। इत्थे अठे पैर भोग ते मोख दा प्रवाह भी चलेगा। ये जे पहला ही वचन शुरू होया कि ये वो सुभागी धरती है, सुभागा स्थान है जिथे 10 पातशाहियां तो 8 पातशाहियां दे मुबारक चरण पए ने। मेरा दिल करदा अद्धा अद्धा मिनट केड़े गुरु साहब केड़े वेले किवें एक बारी जरा कर दिओ किरपा। नहीं तो जे बोलो भैनों, नहीं तो वाह वाह सारे गुरमुख जी। नहीं तो तुझे नहीं तो तुझे नहीं तुझे नहीं तुझे गज के भैनों। 1532 ईस्वी विच भाई लहणा जी गुरु अंगद महाराज जी दे भी इत्थे चरण पए। इनू शक ना करियो, ये लिखिया वेरवा खंडूर साहिब तो करतारपुर, जिथे गुरु नानक साहब करतारपुर, ये उन्होंने लिखा जदों गुरु अंगद देव जी भाई लहणा जी खंडूर साहब तो करतारपुर आए ने, ते उस वेले उन्हां दा रस्ता इहो ही सी। आखो सतनाम। इत्थे उन्होंने अपने मुबारक चरण पाए। तीजे पातशाह गुरु अमरदास जी ने उत्थे हुण लफज लिखा ढाब। ये ढाब सी ना, तुसीं पता ही तुहानूं, रजनी पिंगले वेले कागों हंस करे उन्हें वेख्या। गुरु अमरदास जी ने इस ढाब की जदों महिमा सुनी ते इस जगह नूं सिफती दा घर कह के अपनियां असीसां इहदी सिरजना दे विच बख्शिश कीती। सिफती दा घर कह के ना अपनी असीसां दित्तियां तुहाडी नगरी इस स्थान नूं। हुण कहो नाल नाल जी, नहीं तो तुझे नहीं
ਅੱਜ ਕੇ ਭੈਣੋ ਵਾਹ ਵਾਹ। ਅੱਜ 10 ਮਿੰਟ ਲੇਟ ਵੀ ਹੋ ਗਏ ਤੇ ਕਿਰਪਾ ਕਰਨੀ। ਅੱਜ ਇਹੋ ਜਿਹੇ ਅਸਥਾਨ ਦੀ ਵਡਿਆਈ 'ਚ ਜੁੜੇ ਹੋ ਜਿਹਦੇ ਨਾਲ ਸੱਚਖੰਡ ਦੀ ਹਾਜ਼ਰੀ ਲੱਗ ਗਈ। ਤੀਜੇ ਪਾਤਸ਼ਾਹ ਨੇ ਸਿਫਤੀ ਦਾ ਘਰ ਕਹਿ ਕੇ ਨਾ ਆਪਣੀਆਂ ਸੀਸਾਂ ਦੀ ਸਿਰਜਣਾ 'ਚ ਬਖਸ਼ੀ। ਇਹ ਜਿਹੜਾ ਹਰਮੰਦਰ ਸਾਹਿਬ ਦਰਬਾਰ ਸਾਹਿਬ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ ਸੁਣਿਓ। ਚੌਥੇ ਪਾਤਸ਼ਾਹ ਹੁਣ ਇਹ ਤਾਂ ਤੁਸੀਂ ਸਭ ਨੇ ਸੁਣਿਆ ਸਰੋਵਰ ਦੀ ਖੁਦਾਈ, ਪਰ ਆ ਥੋੜੀ ਜਿਹੀ ਉੱਚੀ ਗੱਲ ਸੁਣਿਓ। ਚੌਥੇ ਪਾਤਸ਼ਾਹ ਦੇ ਬਾਰੇ ਲਿਖਿਆ ਕਿ ਜਦੋਂ ਸਰੋਵਰ ਦੀ ਖੁਦਾਈ ਹੋਈ, ਗੁਰੂ ਰਾਮਦਾਸ ਜੀ ਨੇ ਆਪ ਹੱਥੀ ਸੇਵਾ ਕਰਕੇ ਇਹਦੇ ਕਣ ਕਣ ਵਿੱਚ ਅੰਮ੍ਰਿਤ ਭਰ ਦਿੱਤਾ। ਆਖੋ ਸਤਿ ਨਹੀਂ ਤੁਧ ਜਿਹਾ, ਨਹੀਂ ਤੁਧ ਜਿਹਾ, ਨਹੀਂ ਤੁਧ ਜਿਹਾ, ਨਹੀਂ ਤੁਧ ਜਿਹਾ। ਅੱਜ ਕੇ ਭੈਣੋ ਚਾਰ ਗੁਰੂ ਸਾਹਿਬ ਹੋ ਗਏ, ਆਪਾਂ 8 ਗੁਰੂ ਸਾਹਿਬਾਂ ਦੀ ਚਰਨਾਂ ਵਿੱਚ ਜੋੜੇ ਇੱਥੇ ਮੁਬਾਰਕ ਚਰਨ ਪਏ। ਪੰਜਵੇਂ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਜੀ ਇਸ ਸਥਾਨ ਨੂੰ ਸੰਪੂਰਨ ਕਰਵਾਇਆ ਤੇ ਸਾਰੀ ਮਰਿਆਦਾ ਬੰਨੀ। ਇੱਕ ਦਰਬਾਰ ਸਾਹਿਬ ਜੀ ਦੀ ਮਰਿਆਦਾ ਗੁਰੂ ਸਾਹਿਬ ਨੇ ਆਪ ਬੰਨੀ। ਉਹ ਅੱਗੋਂ ਵੇਰਵੇ ਆਣਗੇ, ਅਜੇ ਸਿਰਫ ਆਪਾਂ ਪਹਿਲਾ ਹੀ ਬਚਨ ਸਾਂਝਾ ਕਰ ਰਹੇ ਹਾਂ 8 ਗੁਰੂ ਸਾਹਿਬਾਂ। ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਤੇ ਚੌਂਕੀ ਨਿਯਤ ਕੀਤੀ। ਚੌਂਕੀ, ਉਹ ਚੌਂਕੀ ਹੁਣ ਵੀ ਗੁਰੂ ਰਾਮਦਾਸ ਜੀ ਦੀ ਪਰਿਕਰਮਾ ਕਰਕੇ ਆਪਣੀ ਹਾਜ਼ਰੀ ਲਾਉਂਦੀ। ਇਹ ਚੌਂਕੀ ਨਿਯਤ ਕੀਤੀ। ਇਹ ਬੜੀ ਵੱਡੀ ਗੱਲ। ਹੁਣ ਮੈਂ ਕਿਵੇਂ ਤੁਹਾਨੂੰ ਦੱਸਾਂ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਦਿਲ ਵਿੱਚ ਇੰਨਾ ਸਤਿਕਾਰ ਗੁਰੂ ਰਾਮਦਾਸ ਦੇ ਘਰ ਦਾ ਕਿ ਜਿਵੇਂ ਪਤੀ ਪਤਨੀ ਲਾਵਾਂ ਲੈਂਦੇ ਨੇ। ਚੌਂਕੀ ਮਾਲਕ ਨੂੰ ਵੱਡਾ ਸਮਝ ਕੇ ਅਕਾਲ ਤਖਤ ਸਾਹਿਬ ਤੋਂ ਚੌਂਕੀ ਨਿਯਤ ਕੀਤੀ ਕਿ ਗੁਰੂ ਰਾਮਦਾਸ ਦੀ ਪਰਿਕਰਮਾ ਕਰਕੇ ਅਕਾਲ ਤਖਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਆਪ ਮਾਲਕ ਨੇ, ਪਰ ਆਪਣੀ ਹਾਜ਼ਰੀ ਕਹਿ ਦਿਓ ਗੱਜ ਕੇ ਸਤਿ। ਐਡਾ ਸਤਿਕਾਰ ਉਹਨਾਂ ਨੇ ਚੌਂਕੀ ਨਿਯਤ ਕਰਕੇ। ਨਹੀਂ ਤੁਧ ਜਿਹਾ, ਨਹੀਂ ਤੁਧ ਜਿਹਾ, ਨਹੀਂ ਤੁਧ ਜਿਹਾ, ਨਹੀਂ ਤੁਧ ਜਿਹਾ। ਅੱਜ ਕੇ ਭੈਣੋ ਵਿੱਚ ਗੁਰੂ ਹਰਿ ਸਾਹਿਬ ਜੀ ਨੇ ਵੀ ਦੀਵਾਲੀ ਦੇ ਦਿਨ ਇੱਥੇ ਚਰਨ ਪਾਏ, ਕਿਰਪਾ ਕੀਤੀ। ਹੁਣ ਆ ਜਾਓ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ, ਉਹਨਾਂ ਬਾਰੇ ਲਿਖਿਆ ਕਿ ਉਹਨਾਂ ਦਾ ਆਗਮਨ ਹੀ ਅੰਮ੍ਰਿਤਸਰ ਹੋਇਆ। ਤੁਸੀਂ ਸਾਰੇ ਮਨਾਉਂਦੇ ਹੀ ਹੋ ਗੁਰੂ ਕੇ ਮਹਿਲ। ਫਿਰ ਰਾਈਟਰਾਂ ਨੇ ਲਿਖਿਆ ਕਿ 9ਵੇਂ ਪਾਤਸ਼ਾਹ ਦੇ ਗੁਰੂ ਰਾਮਦਾਸ ਜੀ ਦਾ ਘਰ ਇੱਥੇ ਬਚਪਨ ਇਹੋ ਜਿਹਾ ਬੀਤਿਆ ਕਿ ਗੁਰੂ ਤੇਗ ਬਹਾਦਰ ਜੀ ਦਾ ਬਚਪਨ ਹਰਮੰਦਰ ਸਾਹਿਬ ਦੇ ਨਾਲ ਓਤ ਪੋਤ ਸੀ। ਆਖੋ ਸਤਨਾਮ। ਇਹ ਪਹਿਲੀ ਵਡਿਆਈ। 10 ਪਾਤਸ਼ਾਹੀਆਂ ਚੋਂ 8 ਪਾਤਸ਼ਾਹੀਆਂ ਦੇ ਇੱਥੇ ਮੁਬਾਰਕ ਚਰਨ। ਆਓ ਸਿਰ ਤੇ ਹੱਥ ਰੱਖਣਾ। 18 ਵਡਿਆਈਆਂ ਅੱਜ ਤੁਸੀਂ ਸੇਵਾ ਲੈਣੀ ਕਿ ਅੰਦਰ ਬੈਟਰੀਆਂ ਚਾਰਜ ਹੋ ਜਾਣ
गुरु रामदास चिर भयो दर्शन देखे नहीं तुद जे भैनों दूजा बचन ये अलग अलग महापुरुषों के खोजियां दे बचन खोजियां दा महापुरुषों दा गुरु रामदास जी दे घर हरमंदर साहब बारे दूजा बचन ये रूहानियत ते इंसानियत दा महान सोमा है। एक होंदी टूटी हैंड पंप टूटी वड्डी टूटी फुहारा कुछ होर जेड़े चीज़ां चल पईयां। एक होंदा सोमा सोमा पता ही नहीं अगा पिछे पारा। इस स्थान दे बारे दूजा बचन महापुरुषों दा हरमंदर साहब रूहानियत ते इंसानियत दा सोमा है। सोमा गज के आखो सतनाम। तीजा बचन खोजियां दा महापुरुषों दा बड़ा प्यारा मैनू लगा जी। ये महापुरुषों दा तीजा बचन कहंदे हरमंदर साहब विच एक हरमंदर साहब है जेड़ा करते दा अपना घर है जिथे उस करते दा निज वासा है। आखो सतनाम। एक करते दा अपना घर है वासा है। पंजवां बचन होए 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 किते मिसाल नहीं मिलेगी। हरमंदर साहब दी वड्याई ते पंजवां बचन एक हरमंदर साहब है जिस दी उसारी वेले अकाल पुरख ने आप आके हत्ती सेवा निभाई है। वाह वाह रब ने आप टोकरी चुकी। हाँ जी नहीं तो तुझे के भैनों वाह वाह पंजवां बचन ये भी महापुरुषां खोजियां दा पंजवां बचन कहंदे इत्थों दे पानी नाल तन नूं ते बाणी नाल मन नूं दे रोगतां दीयां दातां मिलदियां। इत्थों दे पानी नाल तन नूं ते बाणी नाल मन नूं दे रोगतां दीयां दातां मिलदियां। दुख भंजन तेरा रामदास सरोवर नहाते सब उतरे पाप। एवें नहीं मंगया श्री अमृतसर साहिब जी दे दर्शन। ये नौवें दान दी महाराज सेवा ले रहे। गुरु रामदास जी दे घर दी वड्याइयां विचों छेवां वचन ये महापुरुषां ने लिखिया। कहंदे इत्थों दे चारे पासियां दे दरवाजे जो जी आवे सो राजी जावे दी मुंह बोल दी तस्वीर ने। आखो सतनाम। हुण मैं ना नहीं लेने। एक गुरु रामदास दा घर है जिथे ये बख्शिश है किसे नू रोक नहीं। हटके नहीं कोई जी हटके नहीं कोई हटके नहीं कोई जी हटके नहीं कोई
ਅੱਜ ਕੇ ਭੈਣੋ हट के नाई को हट के नाई गज के भैणो कबीर जैदर आवत जाते हो हट के नाई सोदर कैसे छोड़िए जोदर ऐसा पुरी दे मंदिर विच गैर हिंदू वीर नहीं जा सकते मसीत विच बीबी गैर मुसलमान नहीं जा सकती परेर हुंदी ईसाई धर्म विच उदों कोई होर होवे बाहर कढ़ता जांदा गुरु रामदास तेरे घर अठे पैर परेर हो रही है जेड़ा मर्जी आके हाजरी इस दे चारे पासियां दे दरवाजे जो जी आवे सो राजी जावे दी मूँह बोलदी तस्वीर गुरु रामदास जी दे हरमंदर साहब दीयां वडियाइयां विच 7वां वचन ध्यान देना ये अजकल ज्यादा ध्यान नाल सुनन वाला ये खोजियां दा 7वां वचन है कहंदे इस दर नूं छड्ड के इस दर नूं छड्ड के होर किसे दर ते सुख शांति लभण वाला समझ लो पानी नूं रड़क रिहा है इस दर नूं छड्ड के किसे होर दर ते सुख शांति लभण वाला जिवें पानी नूं रड़क गुरु रामदास जी दीयां वडियाइयां इस दर दा वडियाइयां दा 8वां वचन कहंदे गुरु रामदास जी दा घर इहो जिहा दरबार साहिब हरमंदर साहिब जिधरों मर्जी आओ पौड़ियां उतर के आउणा वा बाबा बुढ़ा साहब कहते जी इन्ना नीवा रखिया गुरु अर्जन देव जी कहते ये हरी दा मंदिर है बाबा बुढ़ा साहब जी हरी नीवियां नूं मिलदा जेड़ा नीवा होके आएगा वो हरी नूं पाएगा गज के आखो सतनाम मेरे मोबाइल ते ना किसी ने मैसेज भेजिया कि सिद्धा ने पूछया गुरु नानक साहब नूं तुसीं नीवें क्यों बहिंदे हो सिद्धा ने पूछया गुरु नानक साहब नूं तुसीं नीवें क्यों बहिंदे हो ते गुरु नानक कहंदे नीवां बहण वाला कदी डिगदा ही नहीं आखो सतनाम डिगदा ही उच्चा ही है नीवां बहण वाला डिगदा ही नहीं महाराज जी ये नीवां क्यों रखिया कहंदे हरी नीवियां नूं मिले ते जेड़ा मन नीवां करके आएगा वो हरी नूं पाएगा आखो सतनाम नहीं तो तुझे नहीं तुझे नहीं तुझे नहीं तुझे आज के भैणों वाह वाह इस स्थान दी 9वीं वडियाई तकरीबन तुसी वेख लो कदी किसे गुरुद्वारे दोपहरी आनंद साहब नहीं वेखे दोपहरी कदी देग वरत नहीं वेखी हुणे साडे लई इशारा ही ने दरबार साहब 12 सवा 12 करीब दोपहरी भी आनंद साहब लगदा है अरदास हुंदी देग वरतदी है की साडे लई इशारा है जिवें असीं दोपहरी भोजन गुरु रामदास हाजिर बैठे आखो सतनाम हाजिर बैठे इस स्थान दी 10वीं वडियाई वो भी मैनू बड़ी अपील की थी ये जदों महाराज दा स्वरूप राती जांदा है ना तुसीं नोट करो जिहड़े अंदर 4 दरवाजे बाहरों ताला नहीं लगता बड़ी विचार हुई कई बाहरों ताला ये महाराज गुरु अर्जन देव जी ने की सारी मर्यादा महाराज ने बनाई हुई है ताला नहीं लाना ते फिर रस वाले महापुरुषां उन्हां इहदा निचोड़ कड्ढिया
ਤਾਲਾ ਉਦੋਂ ਲਾਈਦਾ ਬਾਹਰ ਜਦੋਂ ਘਰੋਂ ਕਿਸੇ ਨੇ ਜਾਣਾ ਹੋਵੇ। ਹੁਣ ਤੁਸੀਂ ਜਦੋਂ ਘਰੋਂ ਜਾਂਦੇ ਹੋ ਤਾਲਾ ਲਾਉਂਦੇ ਹੋ, ਉਹਦਾ ਕੀ ਮਤਲਬ ਹੁੰਦਾ ਤਾਲੇ ਦਾ? ਘਰ ਨਹੀਂ ਹੈਗਾ ਕੋਈ। ਕਹਿੰਦੇ ਇਹਨੂੰ ਤਾਲਾ ਨਹੀਂ ਲੱਗਦਾ। ਕੀ ਭਾਵਨਾ ਗੁਰੂ ਅਰਜਨ ਦੇਵ ਜੀ ਦੀ ਕਿ ਗੁਰੂ ਰਾਮਦਾਸ ਜੀ ਅੰਦਰ ਹਾਜ਼ਰ ਬੈਠੇ ਹੋਏ ਨੇ। ਵਾਹ ਵਾਹ। 11ਵੀਂ ਵਡਿਆਈ ਇਸ ਸਥਾਨ ਤੇ ਕਿਸੇ ਬਿਲਡਿੰਗ ਦਾ ਪਰਛਾਵਾਂ ਨਹੀਂ। ਕੀ ਭਾਵ? ਮੈਂ ਕਿਸੇ ਦੇ ਅਧੀਨ ਨਹੀਂ। ਆਖੋ ਸਤਿਨਾਮ। ਦਰਬਾਰ ਸਾਹਿਬ ਦੇ ਨਾ ਜੀ ਪਰਛਾਵਾਂ ਨਹੀਂ ਪੈਂਦਾ ਕਿਸੇ ਕੋਲ। ਦਰਬਾਰ ਸਾਹਿਬ ਕਿਸੇ ਦੇ ਅਧੀਨ ਨਹੀਂ, ਮੁਕੰਮਲ ਆਪਣੇ ਤੌਰ ਤੇ। ਹਰਮੰਦਰ ਸਾਹਿਬ ਜੀ ਦੀਆਂ ਵਡਿਆਈਆਂ ਵਿੱਚੋਂ 12ਵੀਂ ਵਡਿਆਈ ਇਹ ਭਾਈ ਵੀਰ ਸਿੰਘ ਜੀ ਦੀ। ਕਹਿੰਦੇ ਕਿਸੇ ਦੀ ਅਵਸਥਾ ਡਿੱਗ ਪਵੇ ਬੜਾ ਦੁਖੀ ਹੁੰਦਾ ਜੀ। ਕੀ ਦੱਸਾਂ, ਜਿਹੜੀ ਅਵਸਥਾ ਹੈ ਨਾ ਅੰਦਰ, ਤੁਹਾਨੂੰ ਬੜਾ ਰਸ ਆਉਂਦਾ ਹੋਵੇ ਬਾਣੀ ਚੋਂ, ਹੁਣ ਆਣਾ ਹਟ ਜੇ, ਤੁਹਾਡਾ ਅੰਮ੍ਰਿਤ ਵੇਲਾ ਬਣਿਆ ਹੋਵੇ ਤੇ ਟੁੱਟ ਜੇ। ਬੜੀ ਭੈੜੀ ਬਿਮਾਰੀ ਹੈ, ਬਹੁਤ ਦੁੱਖ ਵਾਲੀ। ਮੈਂ ਬਾਬਾ ਜੀ ਹੋਰੀ 'ਚ ਬੈਠਾ, ਦਿੱਲੀ ਤੋਂ ਇੱਕ ਪਰਿਵਾਰ ਹੈ, ਕਰੋੜਾਂਪਤੀ, ਉਹਨਾਂ ਦੀਆਂ 2 ਬੇਟੀਆਂ। ਕਹਿੰਦੇ ਵੀ ਇਹ ਦੋਵੇਂ ਬੇਟੀਆਂ ਅਤ ਪਰੇਸ਼ਾਨ ਨੇ, ਦੋਵੇਂ ਜੇ ਕੁਆਰੀਆਂ। ਮੈਂ ਕਿਹਾ ਕੀ ਪਰੇਸ਼ਾਨੀ ਹੈ? ਕਹਿੰਦੇ ਇਹੋ ਜਿਹੇ ਸੀਨ ਸਾਹਮਣੇ ਆਉਂਦੇ ਨੇ ਕਿ ਹੁਣ ਮੈਥੋਂ ਬੋਲੇ ਨਹੀਂ ਜਾਂਦੇ ਵੀ ਕਿਤੇ ਇੰਨੀ ਭਗਤੀ, ਕਿਤੇ ਹੁਣ ਇਹੋ ਜਿਹੇ ਸੀਨ ਸਾਹਮਣੇ ਆਉਂਦੇ ਨੇ ਜਿਨ੍ਹਾਂ ਨਾਲ ਪਾਪਾਂ ਦੀ ਪੰਡ ਬਣ ਜਾਂਦੀ। ਗਲਤ ਸੀਨ ਗੁਰੂ ਬਾਰੇ, ਗਲਤ ਸੀਨ ਇਸ ਤਰ੍ਹਾਂ ਦੇ। ਇਹ ਭਾਈ ਵੀਰ ਸਿੰਘ ਜੀ ਦੇ ਬਚਨ ਨੇ। ਕਹਿੰਦੇ ਰਸ ਘਟ ਜੇ, ਅੰਮ੍ਰਿਤ ਵੇਲਾ ਟੁੱਟ ਜੇ, ਸੁਰਤੀ ਵਿੱਚ ਗੁਰੂ ਦੀ ਜਗ੍ਹਾ ਗਲਤ ਸੀਨ ਆਈ ਜਾਣ। ਤੇ ਭਾਈ ਵੀਰ ਸਿੰਘ ਕਹਿੰਦੇ 2-3 ਦਿਨ ਕੱਢ ਕੇ ਆ ਜਾਵੇ ਗੁਰੂ ਰਾਮਦਾਸ ਦੇ ਦਰ ਤੇ, ਸਾਰੇ ਕੰਮ ਭੁੱਲ ਕੇ ਮਨ ਨੀਵਾਂ ਕਰਕੇ ਹਾਜ਼ਰੀਆਂ ਵੱਧ ਤੋਂ ਵੱਧ ਭਰੇ। ਇਹ ਇਹੋ ਜਿਹਾ ਸਥਾਨ ਹੈ ਜਿੱਥੇ ਦਰਗਾਹ ਚੋਂ ਹਰ ਵੇਲੇ ਉੱਚੀਆਂ ਅਵਸਥਾ ਦਾ ਮੀਂਹ ਪੈਂਦਾ। ਕਹਿੰਦੇ ਡਿੱਗੀਆਂ ਅਵਸਥਾ ਵੀ ਕੋਈ ਇੱਥੇ ਮਨ ਨੀਵਾਂ ਕਰਕੇ ਆ ਜੇ, ਗੁਰੂ ਰਾਮਦਾਸ ਫਿਰ ਬੈਟਰੀਆਂ ਚਾਰਜ ਕਰਕੇ ਭੇਜ ਦਿੰਦੇ, ਫਿਰ ਬੈਟਰੀਆਂ ਚਾਰਜ। ਵਾਹਿਗੁਰੂ। ਨਹੀਂ ਤੁਧ ਜੇ ਭੈਣੋ, ਦਿਲ ਤੇ ਕਰਦਾ ਇਹੋ ਜਿਹੇ ਦੀਵਾਨ 3 ਘੰਟੇ ਹੋਣ ਦਾ। ਬਈ ਇੰਨੀ ਮਤਲਬ ਗੁਰੂ ਰਾਮਦਾਸ ਜੀ ਦਾ ਇਹ ਵੱਡਾ ਕਿਰਪਾ। ਹੁਣ 13ਵਾਂ ਵਚਨ ਗੁਰੂ ਰਾਮਦਾਸ ਜੀ ਦਾ ਘਰ ਹਰਮੰਦਰ ਸਾਹਿਬ ਦੀਆਂ ਵਡਿਆਈਆਂ ਦੇ ਸੰਬੰਧ ਵਿੱਚ 13ਵਾਂ ਵਚਨ। ਇਹ 13ਵਾਂ ਵਚਨ ਬਾਬਾ ਨੰਦ ਸਿੰਘ ਜੀ ਦਾ ਇਸ ਸਥਾਨ ਬਾਰੇ। ਗੁਰੂ ਰਾਮਦਾਸ ਜੀ ਬਾਬਾ ਨੰਦ ਸਿੰਘ ਜੀ ਦਾ ਵਚਨ ਹੈ। ਗੁਰੂ ਰਾਮਦਾਸ ਦੀ ਦਰ ਦੀਆਂ ਵਡਿਆਈਆਂ ਲਈ ਉਹਨਾਂ ਦਾ ਬਚਨ ਹੈ। ਕਹਿੰਦੇ ਗੁਰੂ ਰਾਮਦਾਸ ਜੀ ਦੇ ਦਰ ਦੀ ਪਰਿਕਰਮਾ ਵਿੱਚ ਕਿਸੇ ਨੁੱਕਰ ਵਿੱਚ ਪਿਆ ਹੋਇਆ ਇੱਕ ਮਿੱਟੀ ਦਾ ਕਿਨਕਾ ਵੀ ਲੇਖ ਬਦਲਾਉਣ ਦੀ ਸਮਰੱਥਾ ਰੱਖਦਾ ਹੈ। ਉਹ ਮਿੱਟੀ ਦਾ ਨਹੀਂ, ਉਹ ਚਰਨ ਧੂੜ ਹੈ। ਦੇਖੋ ਭਾਵਨਾ ਮਹਾਂਪੁਰਸ਼। 14ਵਾਂ ਬਚਨ ਇਹ ਵੀ ਬਾਬਾ ਨੰਦ ਸਿੰਘ ਜੀ ਦਾ 14ਵਾਂ ਬਚਨ। ਇਹ 14ਵਾਂ ਬਚਨ ਵੀ ਬਾਬਾ ਨੰਦ ਸਿੰਘ ਜੀ ਦਾ ਗੁਰੂ ਰਾਮਦਾਸ ਜੀ ਦੇ ਦਰ ਦੀਆਂ ਵਡਿਆਈਆਂ ਦਾ। ਪਤਾ ਕੀ ਕਹਿੰਦੇ ਸੀ?
ਕਹਿੰਦੇ ਜਦੋਂ ਦਰਬਾਰ ਸਾਹਿਬ ਜਾਓ ਹਰ ਕਦਮ ਵਾਹਿਗੁਰੂ ਜਪਦਿਆਂ ਬੜੇ ਸਹਿਜ ਵਿੱਚ ਪੁੱਟੋ। ਕਿਉਂ? ਬਾਬਾ ਨੰਦ ਸਿੰਘ ਜੀ ਕਹਿੰਦੇ ਇੱਕ ਇੱਕ ਸਿੱਲ ਥੱਲੇ ਕਈ ਕਈ ਸ਼ਹੀਦ ਸਿੰਘਾਂ ਦਾ ਸੁੱਚਾ ਲਹੂ ਡੁੱਲਿਆ ਹੋਇਆ। ਆਖੋ ਸਤਨਾਮ। ਸੁੱਚਾ ਲਹੂ ਡੁੱਲਿਆ। 15ਵਾਂ ਬਚਨ ਇਹ ਵੀ ਬਾਬਾ ਨੰਦ ਸਿੰਘ ਜੀ ਦਾ ਹੀ। ਇਹਨੂੰ ਦੂਜੇ ਬੰਨੇ ਨਾ ਖੜਨਾ, ਬਾਬਾ ਜੀ ਨੇ ਆਖਿਆ। ਬਾਬਾ ਜੀ ਕਹਿੰਦੇ ਸੀ ਦਰਬਾਰ ਸਾਹਿਬ ਤਿਲ ਜਿੰਨਾ ਬਹਿ ਜਾਈਏ ਨਾ, ਤਿਲ ਜਿੰਨਾ, ਤੇ ਉਹਦਾ ਮਾਤਮ ਮਣਾ ਮੋਈ ਮਿਲਦਾ। ਇਹ ਉਹ ਸਥਾਨ ਹੈ ਜਿੱਥੇ ਤਿਲ ਜਿੰਨੀ ਹਾਜ਼ਰੀ ਵੀ ਮਣਾ ਮੋਹੀ ਬਣ ਜਾਂਦੀ। ਆਖੋ ਸਤਿ। ਮੈਨੂੰ ਸਮਝ ਲੈਣਾ, ਤੁਸੀਂ ਰਸਨਾ ਰਾਹੀਂ ਵਾਹਿਗੁਰੂ ਬੋਲ ਰਹੇ ਹੋ ਤੇ ਮਾਤਮ ਹੋਰ ਹੈ। ਇੱਕ ਇੱਕ ਰੋਮ ਰਾਹੀਂ ਵਾਹਿਗੁਰੂ ਜਪੋਗੇ ਤੇ 7 ਕਰੋੜ ਵਾਰੀ ਵਾਹਿਗੁਰੂ ਕਹਿਣ ਦਾ ਮਾਤਮ ਝੋਲੀ ਜਾਵੇ। ਸਰੀਰ ਉਹੀ ਹੈ। ਜਦੋਂ ਮਨ ਜੁੜ ਜਾਂਦਾ ਨਾ ਰੋਮ ਰੋਮ, ਹੁਣ ਹਰਮੰਦਰ ਸਾਹਿਬ ਵਾਈਬ੍ਰੇਸ਼ਨ ਇਹੋ ਜਿਹੀ ਹੈ ਕਿ ਜਦੋਂ ਤੁਹਾਡਾ ਮਨ ਜੁੜ ਗਿਆ ਤੇ ਤਿਲ ਜਿੰਨਾ ਵੀ ਮਣਾ ਮੋਈ ਬਣ ਜਾਣਾ। ਆਖੋ ਸਤਿਨਾਮ। ਉਹ ਵੀ ਮਣਾ ਮੋਈ ਬਣ ਜਾਣਾ। ਬਾਬਾ ਨੰਦ ਸਿੰਘ ਜੀ ਦੀਆਂ ਆਓ ਬੜੇ ਪਿਆਰ ਨਾਲ ਨਾਲ ਰਸਨਾ ਪਵਿੱਤਰ ਕਰੋ ਜੀ। ਨਹੀਂ ਤੁਧ ਜਿਹਾ, ਨਹੀਂ ਤੁਧ ਜਿਹਾ, ਨਹੀਂ ਤੁਧ ਜਿਹਾ, ਨਹੀਂ ਤੁਧ ਜਿਹਾ। ਬੋਲੋ ਭੈਣੋ। ਡਿਠੇ ਸਭੇ ਥਾਂ, ਡਿਠੇ ਸਭੇ ਥਾਂ, ਡਿਠੇ ਸਭੇ ਥਾਂ, ਡਿਠੇ ਸਭੇ ਥਾਂ। ਗੱਜ ਕੇ ਭੈਣੋ। ਵਾਹ ਵਾਹ। ਨਹੀਂ ਤੁਧ ਜਿਹਾ, ਨਹੀਂ ਤੁਧ ਜਿਹਾ, ਨਹੀਂ ਤੁਧ ਗੱਜ ਕੇ ਭੈਣੋ। ਵਾਹ ਵਾਹ। ਨਹੀਂ ਤੁਧ ਜਿਹਾ, ਨਹੀਂ ਤੁਧ ਜਿਹਾ, ਨਹੀਂ ਤੁਧ ਜਿਹਾ, ਨਹੀਂ ਤੁਧ ਜਿਹਾ। ਬੋਲੋ ਭੈਣੋ। ਸੋਲਵਾਂ ਬਚਨ ਗੁਰੂ ਰਾਮਦਾਸ ਜੀ ਦੇ ਦਰ ਦੀਆਂ ਵਡਿਆਈਆਂ ਦਾ 16ਵਾਂ ਬਚਨ। ਇਹ ਵੀ ਬਾਬਾ ਨੰਦ ਸਿੰਘ ਜੀ। ਇਹ ਬਚਨ ਬੜਾ ਮੈਨੂੰ ਪਿਆਰਾ ਲੱਗਾ, ਮੇਰਾ ਦਿਲ ਕੀਤਾ ਇਹ ਵੀ ਰੱਖਾਂ, ਗੁਰੂ ਰਖਾਵੇ। ਬਾਬਾ ਜੀ ਨੇ ਰਾਸ ਲਫ਼ਜ਼ ਵਰਤਿਆ, ਹੱਥ ਖੜੇ ਨਹੀਂ ਵਰਤਿਆ, ਰਾਸ ਲਫ਼ਜ਼। ਇਹ 16ਵਾਂ ਬਚਨ ਬਾਬਾ ਨੰਦ ਸਿੰਘ ਜੀ ਦਾ ਦਰਬਾਰ ਸਾਹਿਬ ਦੀ ਵਡਿਆਈ ਵਾਸਤੇ ਉਹ ਲਿਖਿਆ। ਕਹਿੰਦੇ ਜਦੋਂ ਸਾਰੇ ਡਾਕਟਰ ਰਾਸ ਨਾ ਆਣ, ਜਦੋਂ ਸਾਰੇ ਡਾਕਟਰ ਰਾਸ ਨਾ ਆਣ, ਉਦੋਂ ਵੱਡੇ ਡਾਕਟਰ ਗੁਰੂ ਰਾਮਦਾਸ ਜੀ ਕੋਲ ਚਲੇ ਜਾਓ, ਝੋਲੀ ਭਰ ਕੇ ਹੀ ਆਓ। ਬਾਬਾ ਜੀ ਬਚਨ ਇੰਝ ਵੀ ਲਿਖ ਸਕਦੇ ਸੀ ਜਦੋਂ ਸਾਰੇ ਡਾਕਟਰ ਹੱਥ ਖੜੇ ਕਰ ਦੇਣ, ਪਰ ਉਹ ਥੋੜਾ ਜਿਹਾ ਲਫ਼ਜ਼ ਵੱਜਣ ਵਾਲਾ। ਬਾਬਾ ਜੀ ਬਹੁਤ ਸੋਚ ਕੇ ਬਚਨ ਕਰਦੇ। ਜਦੋਂ ਸਾਰੇ ਡਾਕਟਰ ਰਾਸ ਨਾ ਆਣ, ਹਰ ਡਾਕਟਰ ਆਪਣੇ ਵੱਲੋਂ ਤਾਂ ਯਤਨ ਕਰਦਾ ਹੀ ਹੈ ਰਾਜੀ, ਪਰ ਜਦੋਂ ਸਾਨੂੰ ਰਾਸ ਨਾ ਆਣ ਤੇ ਕਹਿੰਦੇ ਸੀ ਮਨ ਨੀਵਾਂ ਕਰਕੇ ਗੁਰੂ ਰਾਮਦਾਸ ਵੱਡੇ ਡਾਕਟਰ ਕੋਲ ਚਲਾ ਜਾ, ਕਿਰਪਾ ਮਿਲੇਗੀ। ਉਸ ਨਾਲ ਤੁਹਾਨੂੰ ਪਤਾ ਹੋਏਗਾ ਬਾਬਾ ਜੀ ਦੇ ਰਾਗੀ ਸੀ, ਬਾਬਾ ਨੰਦ ਸਿੰਘ ਜੀ ਦੇ ਰਾਗੀ ਸੰਤਾ ਸਿੰਘ ਜੀ। ਕੋਈ ਫੁਲਵੈਰੀ ਦੀ ਪ੍ਰੋਬਲਮ ਹੋ ਗਈ ਤੇ ਬਾਬਾ ਜੀ ਨੇ ਜਗਰਾਉਂ ਡਾਕਟਰ ਕੋ ਭੇਜਿਆ। ਮਹੀਨਾ ਦਵਾਈ ਲਈ ਨਹੀਂ, ਪ੍ਰੋਬਲਮ ਸੀ ਇਸ ਮੋਗੇ ਭੇਜਿਆ, ਡਾਕਟਰ ਬਦਲਾ ਲਓ। 15-20 ਦਿਨ ਦਵਾਈ ਲਈ ਨਹੀਂ।
ਤੀਜੇ ਡਾਕਟਰ ਕੋਲ ਲੁਧਿਆਣੇ ਭੇਜਿਆ, ਨਹੀਂ। ਚੌਥੇ ਡਾਕਟਰ ਕੋਲ ਫਿਰ ਕਿਸੇ ਹੋਰ ਕੋ ਭੇਜਿਆ, ਇਹ ਰਾਗੀ ਸੰਤਾ ਸਿੰਘ ਬਾਬਾ ਜੀ ਦਾ। ਜਦੋਂ ਉਹ 3.5 ਮਹੀਨਿਆਂ 'ਚ ਕੋਈ ਡਾਕਟਰ ਰਾਸ ਨਾ ਆਇਆ ਤੇ ਬਾਬਾ ਜੀ ਪਤਾ ਕੀ ਕਹਿੰਦੇ? ਕਹਿੰਦੇ ਰਾਗੀ ਸੰਤਾ ਸਿੰਘ ਜੀ ਫਿਰ ਇੱਕ ਵੱਡਾ ਡਾਕਟਰ ਹੈ, ਫਿਰ ਉੱਥੇ ਹੀ ਚਲੇ ਜਾਓ ਜੀ। ਉਹਦਾ ਕਿਹੜਾ ਸ਼ਹਿਰ ਹੈ, ਕਿਹੜਾ ਐਡਰੈਸ ਹੈ? ਬਾਬਾ ਜੀ ਕਹਿੰਦੇ ਵੱਡੇ ਡਾਕਟਰ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਕੋ ਚਲੇ ਜਾਓ ਜੀ। ਉੱਥੇ ਕੀ ਕਰਾਂ? ਇਹੋ ਜੀ ਪ੍ਰੋਬਲਮ ਸੀ, 4 ਡਾਕਟਰ ਬਦਲੇ ਸੰਤਾ ਸਿੰਘ। ਕੋਈ ਫਲਵੈਰੀ, ਆਹਾ ਹਾ, ਮੈਂ ਚਲੋ ਇਸ਼ਾਰਾ ਹੀ ਦੇਣਾ, ਲੇਟ ਸਮਾਂ ਹੋ ਰਿਹਾ। ਬਾਬਾ ਜੀ ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪਦਿਆਂ, ਵਾਹਿਗੁਰੂ ਵਾਹਿਗੁਰੂ ਜਪਦਿਆਂ 40 ਦਿਨ ਪਰਕਰਮਾਂ ਚੋਂ ਵਿਠਾਂ ਚੁੱਕਣੀਆਂ। ਗੱਲ 'ਚ ਟਿੰਡ ਪਾ ਕੇ ਨਾ ਵਿਠਾਂ। ਹੁਣ ਇੱਕ ਰਾਗੀ ਹੋਵੇ, ਗੱਲ 'ਚ ਟਿੰਡ ਵਿਠਾਂ। ਬਾਬਾ ਜੀ ਕਹਿੰਦੇ ਗੁਰੂ ਰਾਮਦਾਸ ਖਾਲੀ ਨਹੀਂ ਭੇਜਣਗੇ। ਰਾਗੀ ਸੰਤਾ ਸਿੰਘ 2 ਧਿਆਨ ਰੱਖੀ, ਇੱਕ ਜੁਗਤੀ ਨਾਲ ਜਾਈ, ਇੱਕ ਪਰਹੇਜ ਰੱਖੀ। ਇਹ ਤੁਸੀਂ ਬੱਲੇ ਬੰਨੇ ਹੋ। ਸਾਡੀ ਝੋਲੀ ਕਿਉਂ ਨਹੀਂ ਭਰਦੀ? ਸਾਡੇ ਕੋਲ ਪਰਹੇਜ ਨਹੀਂ ਹੁੰਦਾ ਤੇ ਜੁਗਤੀ ਨਹੀਂ ਹੁੰਦੀ। ਜੁਗਤੀ ਤੇ ਪਰਹੇਜ ਦੋਵੇਂ ਲੋੜ ਹੈ। ਹੁਣ ਤੁਸੀਂ ਕੋਈ ਕੰਮ ਸਵੇਰੇ 5 ਵਜੇ ਉੱਠ ਕੇ ਗੁਰੂ ਦਾ ਕਰੋ, ਤੇ ਜੇ ਜੁਗਤੀ ਨਹੀਂ, ਦਮ ਮਾਰ ਦਿਓ, ਤੁਹਾਡਾ ਕੀਤਾ ਜ਼ੀਰੋ ਹੋਣਾ ਸ਼ੁਰੂ ਹੋ ਜਾਏ। ਜੁਗਤੀ ਵੀ ਲੋੜ ਹੈ, ਪਰਹੇਜ ਵੀ ਲੋੜ ਹੈ। ਮੈਂ ਹੈਰਾਨ ਹੋ ਗਿਆ, ਰਾਗੀ ਸੰਤਾ ਸਿੰਘ ਨੂੰ ਬਾਬਾ ਜੀ ਨੇ ਪਰਹੇਜ ਪਤਾ ਕੀ ਦਿੱਤਾ? ਕਹਿੰਦੇ ਜਿਹੜਾ 40 ਦਿਨ ਜਾਣਾ ਅੰਮ੍ਰਿਤਸਰ ਗੁਰੂ ਰਾਮਦਾਸ ਦੇ ਘਰ ਰਹਿਣਾ, ਕੋਈ ਸੰਗੀ ਕਵੇ ਸਾਡੇ ਘਰ ਆਓ ਤੇ ਨਹੀਂ ਜਾਣਾ। ਇਹ ਤੂੰ ਰਾਗੀ ਹੈ, ਕਿਸੇ ਨੇ ਕਹਿਣਾ ਸਾਡੇ ਘਰ ਆ ਜਾਓ ਇੱਕ ਦਿਨ, ਕਿਸੇ ਨੇ ਸਾਡੇ ਘਰ, ਤੂੰ ਤਾਂ ਸੇਵਾ ਕਰਾਉਣ ਚਲਾ ਗਿਆ, ਤੂੰ ਮੰਗਤਾ ਬਣ ਕੇ ਜਾਣਾ। ਦੂਜੀ ਜੁਗਤੀ ਬਾਬਾ ਜੀ ਨੇ ਦੱਸੀ ਕਿ ਪਰਕਰਮਾਂ ਵਿੱਚ ਟੋਲਾ ਬਣਾ ਕੇ, ਗੁਰੂ ਰਾਮਦਾਸ ਦੇ ਘਰ ਬਾਬਾ ਜੀ ਕਹਿੰਦੇ ਪਰਕਰਮਾਂ ਵਿੱਚ ਟੋਲਾ ਬਣਾ ਕੇ ਕਿਸੇ ਨਾਲ ਕੋਈ ਦੁਨਿਆਵੀ ਬਚਨ ਨਹੀਂ ਕਰਨਾ। ਸਿਰਫ ਵਾਹਿਗੁਰੂ ਵਾਹਿਗੁਰੂ ਜਪਦਿਆਂ ਵਿਠਾਂ ਚੁੱਕਣੀ ਹੈ। ਕਿਵੇਂ ਨਹੀਂ ਗੁਰੂ ਤਰਸ ਕਰੇਗਾ? ਤੇ ਤੀਸਰਾ ਬਚਨ ਬਾਬਾ ਆਨੰਦ ਸਿੰਘ ਨੇ ਰਾਗੀ ਸੰਤਾ ਸਿੰਘ ਨੂੰ ਦਿੱਤਾ, ਸਾਰੇ ਦਿਨ ਵਿੱਚ 2 ਜਾਂ 3 ਪ੍ਰਸ਼ਾਦੇ ਛਕਣੇ ਨੇ, ਹੋਰ ਜ਼ਿਆਦਾ ਨਹੀਂ। ਕਹਿ ਦਿਓ ਗੱਜ ਕੇ ਸਤਿਨਾਮ। ਇਹ ਜੁਗਤੀਆਂ, ਇਹ ਵਿਧੀਆਂ। ਹੁਣ ਤੁਸੀਂ ਦੱਸ ਦਿਓ, ਨਹੀਂ ਤਰਸ ਕਰਕੇ ਗੁਰੂ? ਮਤਲਬ ਬਾਬਾ ਜੀ ਦਾ ਬਚਨ ਵੀ ਉਹਦੇ ਤੇ ਸੰਗਤਾਂ ਨੂੰ ਚਲਾਉਂਦੇ ਵੀ, ਤੋਰਦੇ ਵੀ। ਇਹ 16ਵਾਂ ਬਚਨ ਬਾਬਾ ਆਨੰਦ ਸਿੰਘ ਕਹਿੰਦੇ ਜਦੋਂ ਸਾਰੇ ਡਾਕਟਰ ਰਾਸ ਨਾ ਆਣ, ਉਦੋਂ ਵੱਡੇ ਡਾਕਟਰ ਗੁਰੂ ਰਾਮਦਾਸ ਜੀ ਕੋਲ ਜੁਗਤੀ ਨਾਲ ਤੇ ਪਰਹੇਜ ਰੱਖ ਕੇ ਚਲੇ ਜਾਓ, ਉੱਥੋਂ ਝੋਲੀਆਂ ਭਰ ਕੇ ਹੀ ਆਉਂਦੀਆਂ। ਆਖੋ ਸਤਿਨਾਮ। ਭਰ ਕੇ। 17ਵਾਂ ਬਚਨ ਇਹ ਬਾਬਾ ਜੈਮਲ ਸਿੰਘ ਭੂਰੀ ਵਾਲਿਆਂ ਦਾ ਜੀ। 17ਵਾਂ ਬਚਨ ਬਾਬਾ ਜੈਮਲ ਸਿੰਘ ਭੂਰੀ ਵਾਲੇ ਮਹਾਂਪੁਰਸ਼, ਤੁਸੀਂ ਮੈਂ ਤੇ ਦਰਸ਼ਨ ਕੀਤੇ। ਕਾਲਾ ਚੋਲਾ ਪਾਇਆ ਹੁੰਦਾ ਸੀ, 2 ਹੱਥਾਂ 'ਚ ਝਾੜੂ ਹੁੰਦੇ ਸੀ। ਤਕਰੀਬਨ 8 ਘੰਟੇ ਪਰਕਰਮਾਂ ਦੀ ਸੇਵਾ ਕਰਦੇ ਸੀ ਦਰਬਾਰ ਸਾਹਿਬ। ਉਦੋਂ ਇੰਨੇ ਪ੍ਰਬੰਧ ਨਹੀਂ ਸੀ। ਹੁਣ ਤੇ ਇਸ਼ਨਾਨ ਕਰਦਾ ਨਾ ਕੋਈ, ਕਛਹਿਰਾ ਨਿਚੋੜਦਾ, ਤੇ ਹੁਣ ਤੇ ਨਾਲੀ ਹੈ ਨਾ, ਉਹਦੇ 'ਚ ਪਾਣੀ ਚਲਾ ਜਾਂਦਾ। ਉਦੋਂ ਪਾਣੀ ਇਕੱਠਾ ਹੋ ਜਾਂਦਾ ਸੀ, ਨਾਲੀ ਨਹੀਂ ਸੀ। ਭੂਰੀ ਵਾਲੇ ਮਹਾਂਪੁਰਸ਼ਾਂ ਦੇ ਨਾਲ ਸੇਵਕ ਹੁੰਦੇ ਸੀ, ਤੇ ਬੁੱਕਾਂ ਨਾਲ ਬਾਲਟੀਆਂ 'ਚ ਪਾਉਣਾ ਤੇ ਫਿਰ ਬਾਹਰ ਛੱਡ ਕੇ 8-9 ਘੰਟੇ ਦਿਹਾੜੀ ਦੀ ਸੇਵਾ। ਇਹ 17ਵਾਂ ਬਚਨ ਉਹਨਾਂ ਮਹਾਂਪੁਰਸ਼ਾਂ ਦਾ, ਬਾਬਾ ਜੈਮਲ ਸਿੰਘ ਭੂਰੀ ਵਾਲੇ ਮਹਾਂਪੁਰਸ਼ਾਂ ਦਾ। ਇਸ ਸਥਾਨ ਬਾਰੇ ਕੀ ਕਹਿੰਦੇ ਸੀ? ਗੁਰੂ ਰਾਮਦਾਸ ਦੇ ਅਸਥਾਨ ਦੀ ਸੇਵਾ, ਗੁਰੂ ਰਾਮਦਾਸ ਦੇ ਸਰੀਰ ਦੀ ਸੇਵਾ ਹੈ। ਆਖੋ ਸਤਿਨਾਮ। ਇਹ ਏਡੀ ਵੱਡੀ ਸੇਵਾ, ਭਾਵਨਾ ਨਾ ਕਰੇ। 18ਵਾਂ ਬਚਨ ਬੋਲ ਕੇ ਫਿਰ ਸਮਾਪਤੀ ਹੈ। 18ਵਾਂ ਬਚਨ ਗੁਰੂ ਰਾਮਦਾਸ ਜੀ ਦੇ, ਕਿਉਂਕਿ ਅੱਜ 9ਵੇਂ ਦਾਨ ਦੀ ਵਿਚਾਰ ਹੋ ਰਹੀ ਹੈ। ਮੇਰਾ ਖਿਆਲ ਸਭ ਦੀ ਬੈਟਰੀ ਚਾਰਜ ਹੋ ਰਹੀ ਹੋਗੀ ਕਿ ਕਿਉਂ ਮੰਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਇਹ ਅੰਮ੍ਰਿਤਸਰ ਦੀ ਵਡਿਆਈ ਦਰਬਾਰ ਸਾਹਿਬ ਕਰਕੇ, ਹਰਿਮੰਦਰ ਸਾਹਿਬ ਕਰਕੇ। 18ਵਾਂ ਬਚਨ ਗੁਰੂ ਰਾਮਦਾਸ ਜੀ ਦੇ ਦਰ ਦੀਆਂ, ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀਆਂ ਵਡਿਆਈਆਂ ਵਿੱਚ
ਇਹ ਵੀ ਬੜਾ ਪਿਆਰਾ ਵਚਨ ਹੈ ਜੀ। 18ਵਾਂ ਮਹਾਪੁਰਸ਼ਾਂ ਦਾ ਕਹਿੰਦੇ ਉਹ 18ਵਾਂ ਵਚਨ ਨੇ ਹਰਮੰਦਰ ਸਾਹਿਬ। ਹਰਮੰਦਰ ਸਾਹਿਬ ਐਡਾ ਵੱਡਾ ਸਥਾਨ ਹੈ, ਐਡਾ ਵੱਡਾ ਸਥਾਨ ਹੈ ਕਿ ਜਿਵੇਂ ਧਰਤੀ ਦੇ ਉੱਤੇ ਸੱਚਖੰਡ ਉਤਰ ਕੇ ਆ ਗਿਆ ਹੋਵੇ। ਵਾਹ ਇਹ ਏਡਾ ਵੱਡਾ ਸਥਾਨ ਜਿਵੇਂ ਸੱਚਖੰਡ ਧਰਤੀ ਤੇ ਉਤਰ ਕੇ ਆ ਗਿਆ। ਆਖੋ ਸਤਨਾਮ। ਇਹ ਜਿੰਨੀਆਂ ਸੰਗਤਾਂ ਅੱਜ 9ਵਾਂ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ, ਇਹਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਜਿਹੜੀਆਂ ਸੰਗਤਾਂ ਇੱਥੇ ਬੈਠੀਆਂ, ਕੋਸ਼ਿਸ਼ ਕਰੋ ਰੋਜ਼, ਨਹੀਂ ਹਫ਼ਤੇ 'ਚ 3 ਵਾਰੀ, ਨਹੀਂ ਹਫ਼ਤੇ 'ਚ 2 ਵਾਰੀ, ਨਹੀਂ ਤੇ ਹਫ਼ਤੇ 'ਚ 1 ਵਾਰੀ। ਜਿਹੜੇ ਰੋਜ਼ ਜਾਂਦੇ ਉਹਨਾਂ ਲਈ ਨਹੀਂ ਮੈਂ 1 ਵਾਰੀ ਕਹਿ ਰਿਹਾ, ਜਿਹਨਾਂ ਨੂੰ ਬਹੁਤ ਮੁਸ਼ਕਲ। ਜਿਹੜੀਆਂ ਸੰਗਤਾਂ ਲੱਖਾਂ ਦੀ ਤਾਦਾਦ ਵਿੱਚ ਬਾਹਰ ਇਹ ਆਨੰਦ ਮਾਣ ਰਹੀਆਂ ਪ੍ਰਕਰਣ ਦਾ, ਉਹਨਾਂ ਨੂੰ ਬੇਨਤੀ ਹੈ ਵੀ ਕੋਸ਼ਿਸ਼ ਕਰੋ ਕਿ ਸਾਲ ਵਿੱਚ ਤਕਰੀਬਨ 4 ਵਾਰੀ ਘੱਟ ਤੋਂ ਘੱਟ ਇਸ ਸਥਾਨ ਦੀ ਚਰਨ ਧੂੜੀ ਮੱਥੇ ਨੂੰ ਲੱਗੇ ਕਿ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਹੋਰ ਕਿਸੇ ਸ਼ਹਿਰ ਦਾ ਨਾਂ ਨਹੀਂ, ਇਸ ਸ਼ਹਿਰ ਦਾ ਨਾਂ ਜਿਸ ਦਰ ਕਰਕੇ ਆਇਆ ਉਹ ਦਰ ਦੀ ਚਰਨ ਧੂੜੀ ਮੈਨੂੰ ਵੀ ਮਿਲ ਜਾਵੇ, ਮੈਨੂੰ ਵੀ ਪ੍ਰਾਪਤ ਹੋ ਜਾਵੇ। ਆਓ ਇਹ 9ਵਾਂ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਿਉਂ ਮੰਗਿਆ? ਗੁਰੂ ਰਾਮਦਾਸ ਦਰਬਾਰ ਸਾਹਿਬ, ਉਹਨਾਂ ਦਾ ਦਰ ਗੁਰੂ ਰਾਮਦਾਸ ਜੀ ਦਾ, ਉਸ ਦਰ ਕਰਕੇ ਹਰ ਅੰਮ੍ਰਿਤਸਰ ਦੀ ਵਡਿਆਈ ਹੈ। ਸਾਰੇ ਅਰਦਾਸ ਕਰਿਓ ਇਹ 9ਵੇਂ ਦਾਨ ਸਾਡੀ ਝੋਲੀ 'ਚ ਪੈਣ। ਇੱਕ ਵਾਰੀ ਮੰਗੋ ਬੜੇ ਪਿਆਰ ਦੇ ਨਾਲ ਜੀ। ਜਾਂ ਜਦੋਂ ਮੰਗੇ ਦਾਨ ਤੇ ਪਿਆਰਿਆ, ਬੋਲੋ ਜੀ। ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਚੈਰੀਟੇਬਲ ਅਤੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਮਨੁੱਖਤਾ ਦੀ ਭਲਾਈ ਹਿੱਤ ਕੀਤੇ ਜਾ ਰਹੇ ਕਈ ਕਾਰਜਾਂ ਦੀ ਸੇਵਾ ਗੁਰੂ ਸਾਹਿਬ ਜੀ ਲੈ ਰਹੇ ਹਨ। ਪੂਰੇ ਭਾਰਤ ਵਿੱਚ 18 ਵੱਖ-ਵੱਖ ਭਲਾਈ ਕੇਂਦਰਾਂ ਰਾਹੀਂ ਤਕਰੀਬਨ 5000 ਤੋਂ ਵੀ ਵੱਧ ਵਿਧਵਾ ਬੀਬੀਆਂ ਫ੍ਰੀ ਰਾਸ਼ਨ ਪ੍ਰਾਪਤ ਕਰ ਰਹੀਆਂ ਹਨ। ਵੱਖ-ਵੱਖ ਥਾਵਾਂ ਤੇ 3 ਚੈਰੀਟੇਬਲ ਹਸਪਤਾਲ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦੂਰੋਂ ਆਉਣ ਵਾਲੀ ਸੰਗਤ ਦੇ ਠਹਿਰਨ ਲਈ ਹਰ ਸਹੂਲਤ ਨਾਲ ਲੈਸ 2 ਸਾਰਾਵਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ CBSE ਤੇ ਆਧਾਰਿਤ 3 ਬੀਬੀ ਕੌਲਾਂ ਜੀ ਪਬਲਿਕ ਸਕੂਲ, ਲੋੜਵੰਦ ਬੱਚੀਆਂ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਫ੍ਰੀ ਕੰਪਿਊਟਰ ਅਤੇ ਡਰੈਸ ਡਿਜ਼ਾਈਨਿੰਗ ਸੈਂਟਰ ਅਤੇ ਨਾਲ ਹੀ ਨੌਜਵਾਨ ਬੱਚੇ ਬੱਚੀਆਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਨ ਲਈ ਚਲਾਈਆਂ ਗਈਆਂ ਕਈ ਲਹਿਰਾਂ ਦੀ ਸੇਵਾ ਵੀ ਸਤਿਗੁਰੂ ਜੀ ਨੇ ਟਰੱਸਟ ਕੋਲੋਂ ਲਈ ਹੈ ਅਤੇ ਹੁਣ ਵੀ ਲੈ ਰਹੇ ਹਨ। ਅਤੇ ਇਹਨਾਂ ਤੋਂ ਇਲਾਵਾ ਕਈ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਕਾਰ ਸੇਵਾ ਅਤੇ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਦੇ ਚੌਂਕਾਂ ਨੂੰ ਸੁੰਦਰ ਬਣਾਉਣ ਦੀ ਸੇਵਾ ਵੀ ਗੁਰੂ ਸਾਹਿਬ ਜੀ ਟਰੱਸਟ ਕੋਲੋਂ ਲੈ ਰਹੇ ਹਨ। ਇਹ ਸਾਰੀਆਂ ਸੇਵਾਵਾਂ ਆਪ ਜੀ ਦੇ ਨਿੱਘੇ ਸਹਿਯੋਗ ਅਤੇ ਅਸੀਸ ਸਦਕਾ ਚੱਲ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਜੀ ਦੇ ਸਹਿਯੋਗ ਅਤੇ ਅਸੀਸ ਦੀ ਲੋੜ ਹੈ ਜੀ। ਵਿਦਵਤਾ ਅਤੇ ਖੋਜ ਭਰਪੂਰ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੀਆਂ 6 ਹੱਥ ਲਿਖਤ ਕਿਤਾਬਾਂ, ਮੈਂ ਦੱਸਿਓ ਮਾਰਗ ਸੰਤੋ, ਸ਼ਰਧਾ ਦੀਆਂ 11 ਨਿਸ਼ਾਨੀਆਂ, 9 ਵਿਸ਼ੇਸ਼ਤਾਈਆਂ ਸ਼੍ਰੀ ਸੁਖਮਨੀ ਸਾਹਿਬ ਜੀ, ਜੀਵਨ ਸੇਧਾ ਭਾਗ ਪਹਿਲਾ, ਜੀਵਨ ਸੇਧਾ ਭਾਗ ਦੂਜਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ 15 ਕਲਾਸਾਂ। ਟਰੱਸਟ ਕੋਲੋਂ ਕਿਤਾਬਾਂ ਮੰਗਵਾਉਣ ਲਈ ਸੰਪਰਕ ਕਰੋ 98765 25850। ਕੌਲਾਂ ਜੀ ਭਲਾਈ ਕੇਂਦਰ ਟਰੱਸਟ ਅਤੇ ਭਾਈ ਗੁਰਇਕਬਾਲ ਸਿੰਘ ਜੀ ਦੀ ਅਨਮੁੱਲੀ ਦੇਣ ਧਾਰਮਿਕ ਰਸਾਲਾ ਸਿਫਤ ਸਲਾਹ। ਇਸ ਵਿੱਚ ਅਧਿਆਤਮਿਕ ਵਿਚਾਰ 5 ਖੰਡ ਕੀ ਹਨ? ਨਿਮਰਤਾ, ਨਿਰਵੈਰਤਾ, ਦਇਆ, ਧੀਰਜ, ਘੱਟ ਬੋਲਣਾ, ਘੱਟ ਖਾਣਾ, ਘੱਟ ਸੌਣਾ,
ਜੀਵਨ 'ਚ ਕੈਸਾ ਹੋਵੇ। ਇਸ ਤੋਂ ਇਲਾਵਾ ਸਵਾਲਨਾਮਾ, ਜ਼ਿੰਦਗੀ ਦੀਆਂ ਬਾਰੀਕੀਆਂ, ਹੱਡ ਬੀਤੀਆਂ, ਬਾਲ ਸਿੱਖਿਆ, ਨਿੱਕੀਆਂ ਗੱਲਾਂ, ਵੱਡੇ ਅਸਰ, ਅਨਮੋਲ ਬਚਨ ਅਤੇ ਗੁਰੂ ਦੇ ਪਿਆਰਿਆਂ ਦਾ ਜੀਵਨ, ਇਹ ਸਭ ਖਜ਼ਾਨਾ ਆਪ ਜੀ ਦੇ ਘਰ ਹਰ 2 ਮਹੀਨੇ ਬਾਅਦ ਸਿਫਤ ਸਲਾਹ ਰਸਾਲੇ ਦੇ ਰੂਪ ਵਿੱਚ ਪਹੁੰਚ ਸਕਦਾ ਹੈ। ਰਸਾਲਾ ਬੁੱਕ ਕਰਵਾਉਣ ਲਈ ਸੰਪਰਕ ਕਰੋ 9876 25850।